ਸਤਿ ਸ਼੍ਰੀ ਅਕਾਲ। ਜਿਵੇਂ ਕਿ ਅਕਸਰ ਅਸੀਂ ਦੇਖਦੇ ਹਾਂ ਜੱਟ ਮਹਾਂਸਭਾ ਦੀ ਜਦੋਂ ਪ੍ਰੈਸ ਕਾਨਫਰੰਸ ਹੁੰਦੀ ਹੈ ਜ਼ਿੰਮੇਵਾਰੀ ਕਿਸੇ ਨਾ ਕਿਸੇ ਨੂੰ ਦਿੱਤੀ ਜਾਂਦੀ ਹੈ ਤੇ ਇਸ ਵਾਰ ਮੈਡਮ ਸੋਨੀਆ ਮਾਨ ਨੂੰ ਦਿੱਤੀ ਹੈ। ਮੈਡਮ ਪਹਿਲਾਂ ਤਾਂ ਕੀ ਦੇਖਦੇ ਹੋ, ਕਿਉਂਕਿ ਤੁਸੀਂ ਤਾਂ ਪਹਿਲਾਂ ਸੋਸ਼ਲ ਵਰਕ ਪਹਿਲਾਂ ਹੀ ਬਹੁਤ ਕਰ ਰਹੇ ਹੈਗੇ ਹੋ, ਕਿਸਾਨੀ ਅੰਦੋਲਨ ਤੋਂ ਬਾਅਦ ਐਕਟਿਵ ਹੋਏ ਲਗਾਤਾਰ ਹਰ ਇੱਕ ਪੜਾਅ ਤੇ। ਜੱਟ ਮਹਾਂਸਭਾ ਨਾਲ ਰਲ ਕੇ ਕੀ ਲੱਗਦਾ ਤੁਹਾਨੂੰ, ਕਿ ਇਹਨਾਂ ਨਾਲ ਕੀ ਅਲੱਗ ਤਰੋ? ਵੇਖੋ, ਜਾਟ ਮਹਾਂਸਭਾ ਨੂੰ ਮੈਂ ਦੇਖਦੀ ਹਾਂ, ਮੈਂ ਦਾਰਾ ਸਿੰਘ ਜੀ ਦੀ ਬਹੁਤ ਕਲੋਜ਼ ਸੀਗੀ ਔਰ ਦਾਰਾ ਸਿੰਘ ਜੀ ਵਨ ਆਫ ਅ ਵੈਰੀ ਓਨੈਸਟ ਪਰਸਨ ਜਿਹੜੇ ਜੱਟਾਂ ਨੂੰ ਰਿਪਰੈਜ਼ੈਂਟ ਕਰਦੇ ਸੀਗੇ ਆਲ ਓਵਰ ਇੰਡੀਆ ਔਰ ਹਮੇਸ਼ਾ ਉਹਨਾਂ ਨੇ ਜੱਟਾਂ ਦੇ ਹੱਕ ਦੀ ਗੱਲ ਕੀਤੀ ਹੈ। ਔਰ ਜੇ ਅਸੀਂ ਦੇਖੀਏ ਤੇ ਸਾਡੇ ਪੰਜਾਬ 'ਚ ਹਰਿਆਣਾ 'ਚ ਹਰ ਕਿਤੇ ਜੱਟ ਹੀ ਜ਼ਿਮੀਦਾਰ ਨੇ, ਉਹੀ ਕਿਸਾਨ ਨੇ। ਉਹਨਾਂ ਦੇ ਵਾਸਤੇ ਮੈਂ ਹਮੇਸ਼ਾ ਅੱਗੇ ਵੀ ਚੁੱਕ ਰਹੀ ਸੀਗੀ, ਹੁਣ ਵੀ ਚੁੱਕੂੰਗੀ। ਹੁਣ ਇਹ ਹੈ ਵੀ ਇੱਕ ਮੇਰੇ ਕੋਲ ਇੱਕ ਆਰਗੇਨਾਈਜੇਸ਼ਨ ਹੋਊਗੀ, ਪਹਿਲਾਂ ਮੇਰੇ ਕੋਲ ਕੋਈ ਆਰਗੇਨਾਈਜੇਸ਼ਨ ਨਹੀਂ ਸੀਗੀ। ਅਮੂਮਨ ਦੇਖਿਆ ਗਿਆ ਕਿ ਜੱਟ ਸਾਹਿਬ ਦੇ ਨਾਲ ਜੁੜੇ ਤਾਂ ਬਹੁਤ ਵੱਡੇ ਵੱਡੇ ਨਾਂ, ਕੈਪਟਨ ਅਮਰਿੰਦਰ ਸਿੰਘ ਦੀ ਵੀ ਜੇ ਗੱਲ ਕੀਤੀ ਜਾਵੇ, ਚਾਹੇ ਨਵਜੋਤ ਕੌਰ ਸਿੱਧੂ ਦੀ ਗੱਲ ਕੀਤੀ ਜਾਵੇ, ਐਕਟਿਵਲੀ ਕਿਸੇ ਨੇ ਕੰਮ ਨਹੀਂ ਕਰਿਆ। ਦੇਖੋ, ਮੈਂ ਭਾਵੇਂ ਕਿਸੇ ਆਰਗੇਨਾਈਜੇਸ਼ਨ ਨਾਲ ਜੁੜੀ ਸੀਗੀ ਨਹੀਂ ਜੁੜੀ ਸੀਗੀ, ਮੈਂ ਫਿਰ ਵੀ ਐਕਟਿਵ ਰਹਿੰਦੀ ਹਾਂ ਪੰਜਾਬ ਦੇ ਵਿੱਚ ਔਰ ਮੈਂ ਐਕਟਿਵਲੀ ਕੰਮ ਕਰਦੀ ਹਾਂ, ਭਾਵੇਂ ਹਰਿਆਣਾ ਜਾਵਾਂ ਭਾਵੇਂ ਪੰਜਾਬ 'ਚ ਜਾਵਾਂ। ਹੁਣ ਮੈਂ ਕਿਸੇ ਆਰਗੇਨਾਈਜੇਸ਼ਨ ਦੇ ਨਾਲ ਜੁੜੀ ਹਾਂ ਅਤੇ ਮੈਂ ਐਟਲੀਸਟ ਇਹ ਕੋਸ਼ਿਸ਼ ਕਰੂੰਗੀ ਕਿ ਮੈਂ ਮਤਲਬ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਾ ਕੇ ਮੈਨੂੰ ਇੱਕ ਆਰਗੇਨਾਈਜੇਸ਼ਨ ਦੀ ਇੱਕ ਪ੍ਰਧਾਨ ਬਣਾਵਾਂ, ਅੰਮ੍ਰਿਤਸਰ ਦੀ ਬਣਾਵਾਂ, ਫਿਰ ਪਿੰਡਾਂ ਦੇ ਵਿੱਚ ਬਣਾਵਾਂ, ਜਿਹੜੀਆਂ ਕੁੜੀਆਂ ਐਕਚੁਅਲ 'ਚ ਕੋਈ ਸਮਾਜ ਵਾਸਤੇ ਕਰਨਾ ਚਾਹੁੰਦੀਆਂ ਨੇ ਜਾਂ ਬੋਲਣਾ ਚਾਹੁੰਦੀਆਂ ਨੇ, ਰਾਈਟ। ਕਿਉਂਕਿ ਜਿਹੜੇ ਡੋਰੀ ਦੇ ਮੁੱਦੇ ਨੇ, ਰੋਜ਼ ਕੇਸ ਪੁਲਿਸ ਥਾਣੇ ਜਾਂਦੇ ਆ ਔਰ ਮੈਨੂੰ ਮੇਰੀ ਇਹ ਕੋਸ਼ਿਸ਼ ਰਹੂਗੀ ਕਿ ਮੈਂ ਕਿਸੇ ਵੀ ਧੀ ਭੈਣ ਨੂੰ ਪੁਲਿਸ ਥਾਣੇ ਤੋਂ ਬਚਾਵਾਂ। ਕੁੜੀਆਂ ਦੇ ਛੇੜਛਾੜ ਦੇ ਮੁੱਦੇ ਬੜੇ ਹਾਂ, ਉਹ ਸਾਰੇ ਮਤਲਬ ਜਿੰਨੇ ਵੀ ਵਿਮਨ ਇੰਪਾਵਰਮੈਂਟ ਦੀ ਗੱਲ ਹੋਵੇ ਜਾਂ ਕੁੜੀਆਂ ਨੂੰ ਲੈ ਕੇ ਕੋਈ ਵੀ ਮੁੱਦਾ ਹੈ ਪੰਜਾਬ ਦੇ ਵਿੱਚ, ਮੈਂ ਹਮੇਸ਼ਾ ਮੇਰੀ ਇਹ ਕੋਸ਼ਿਸ਼ ਰਹੂਗੀ ਕਿ ਸਾਡੀਆਂ ਭੈਣਾਂ ਨੂੰ ਪੁਲਿਸ ਥਾਣਾ ਨਾ ਵੇਖਣਾ ਪਵੇ। ਮੈਂ ਉਹ ਮੁੱਦਾ ਉਸੇ ਤਰੀਕੇ ਦੇ ਨਾਲ ਉਹਨਾਂ ਦੇ ਹੱਕ 'ਚ ਖੜਾ ਹੋ ਕੇ ਉਹਨਾਂ ਦੀ ਫੈਮਿਲੀ ਦੇ ਵਿੱਚ ਜਾ ਕੇ ਸੌਟ ਆਊਟ ਕਰ ਸਕਾਂ। ਤੁਹਾਡੇ ਨਾਲ ਇੱਕ ਧਾਰਨਾ ਹੋਰ ਜੁੜੀ ਹੋਈ ਹੈ ਸੁਣਿਆ, ਜਿਵੇਂ ਤੁਸੀਂ ਪਹਿਲਾਂ ਕਿਸਾਨੀ ਅੰਦੋਲਨ ਵੇਲੇ ਗਏ, ਵਿੱਚ ਹੀ ਤੁਹਾਨੂੰ ਯੋਗੀ ਹੋਰਾਂ ਦੀ ਸਟੇਜ ਤੱਕ ਦੇਖਿਆ ਗਿਆ, ਅਖਿਲੇਸ਼ ਯਾਦਵ ਦੀ ਸਟੇਜ ਤੱਕ ਤੁਸੀਂ ਗਏ, ਉਦੋਂ ਬਾਅਦ ਦੇ ਵਿੱਚ ਸਿਮਰਨਜੀਤ ਮਾਨ ਹੋਰਾਂ ਦੇ ਵੀ ਗਏ, ਤੁਸੀਂ ਅਲੱਗ-ਅਲੱਗ ਕਿਤੇ ਨਾ ਕਿਤੇ ਸਪੋਰਟ ਕਰਦੇ ਰਹੇ ਹੋ ਅਲੱਗ-ਅਲੱਗ, ਜਾਂ ਤਾਂ ਕਹੀਏ ਕਿ ਬੰਦੇ ਵਧੀਆ ਦੇਖ ਕੇ ਜਾਂ ਪਾਰਟੀ ਦੇ ਨਾਲ ਤਾਂ ਕਦੇ ਤੁਸੀਂ ਜੁੜੇ ਨਹੀਂ ਹੈਗੇ ਕਿ ਕਿਤੇ ਨਾ ਕਿਤੇ। ਇਹ ਸੋਨੀਆ ਦੇ ਨਾਲ ਧਾਰਨਾ ਜੁੜੀ ਹੋਈ ਹੈ, ਕਹਿੰਦੇ ਜੀ ਇਹ ਕਦੇ ਕਿਸੇ ਪਾਰਟੀ ਕਦੇ ਕਿਸੇ ਦੇ ਨਾਲ ਕਦੇ ਕਿਸੇ ਦੇ, ਉਹ ਚੀਜ਼ ਤੇ ਕੀ ਕਹੋਗੇ? ਲੋਕਾਂ ਨੂੰ ਨਾ ਇਹ ਲੱਗਦਾ ਹੈ ਵੀ ਕੋਈ ਇਨਸਾਨ ਕਿਸੇ ਪਾਰਟੀ ਨਾਲ ਜੁੜ ਕੇ ਹੀ ਕੰਮ ਕਰ ਸਕਦਾ ਹੈ। ਮੇਰਾ ਇਹ ਹੈ ਵੀ ਸੱਚ, ਮੇਰਾ ਸਟੈਂਡ ਇਹ ਹੈ, ਸੱਚ ਨੂੰ ਸੱਚ ਕਹੂੰਗੀ, ਝੂਠ ਨੂੰ ਝੂਠ ਕਹੂੰਗੀ। ਜਿਹੜਾ ਸਹੀ ਬੰਦਾ ਹੈ ਉਹਦਾ ਸਾਥ ਦਊਂਗੀ, ਜਿਹੜਾ ਗਲਤ ਬੰਦਾ ਉਹਦੇ ਖਿਲਾਫ ਜਾਊਂਗੀ। ਸਿਮਰਨਜੀਤ ਸਿੰਘ ਮਾਨ ਦੀ ਮੈਂ ਸਪੋਰਟ ਕੀਤੀ ਕਿਉਂਕਿ ਉਹ ਸਾਰੀ ਜ਼ਿੰਦਗੀ ਉਹਨਾਂ ਨੇ ਇੱਕ ਸਟੈਂਡ ਤੇ ਰਹੇ ਨੇ ਔਰ ਆਪਣੇ ਪੰਥ ਵਾਸਤੇ ਉਹਨਾਂ ਨੇ ਇੱਕ ਜਿਹੜਾ ਸਟੈਂਡ ਲਿਆ ਔਰ ਚੰਗੀ ਗੱਲ ਹੈ। ਆਲ ਓਵਰ ਇੰਡੀਆ ਸਾਨੂੰ ਰਿਪਰੈਜ਼ੈਂਟ ਕਰਦੇ ਨੇ, ਬਾਹਰ ਦੇ ਜਿਹੜੇ ਲੋਕੀ ਨੇ ਉਹਨਾਂ ਨੂੰ ਹੈਲਪ ਕਰਦੇ ਨੇ ਲੈਟਰਸ ਦੇ ਕੇ। ਬਟ ਜਿੱਥੇ ਗੱਲ ਆਉਂਦੀ ਹੈ ਭਗਤ ਸਿੰਘ ਜੀ ਦੀ, ਭਗਤ ਸਿੰਘ ਜੀ ਵਾਸਤੇ ਮੈਂ ਉਹਨਾਂ ਦੇ ਇਸ ਸਟੇਟਮੈਂਟ ਨਾਲ ਸਹਿਮਤ ਨਹੀਂ ਸੀਗੀ ਕਿਉਂਕਿ ਮੈਂ ਭਗਤ ਸਿੰਘ ਨੂੰ ਸ਼ਹੀਦ ਮੰਨਦੀ ਹਾਂ ਔਰ ਮੈਂ ਉਹਨੂੰ, ਉਹ ਵਿਚਾਰਾ ਮਤਲਬ ਇੰਨੀ ਛੋਟੀ ਉਮਰ ਦੇ ਵਿੱਚ ਜਿਹਨੇ ਆਪਣੇ ਦੇਸ਼ ਵਾਸਤੇ ਕੁਰਬਾਨੀ ਦੇ ਦਿੱਤੀ। ਸੋ ਮੇਰਾ ਭਗਤ ਸਿੰਘ ਵਾਸਤੇ ਸਟੈਂਡ ਹੈ। ਵਿਚਾਰਾਂ ਦਾ ਮਤਭੇਦ ਆਪਣੇ ਘਰ ਦੇ ਵਿੱਚ ਵੀ ਹੁੰਦਾ ਆ, ਮਾਂ ਪਿਓ ਦੇ ਨਾਲ ਵੀ ਹੁੰਦਾ, ਭੈਣ ਭਰਾਵਾਂ ਦੇ ਨਾਲ ਵੀ ਹੁੰਦਾ ਆ। ਇਸੇ ਤਰੀਕੇ ਦੇ ਨਾਲ ਸਿਮਰਨਜੀਤ ਸਿੰਘ ਮਾਨ ਦੇ ਨਾਲ ਸਿਰਫ ਮੇਰਾ ਭਗਤ ਸਿੰਘ ਦੀ ਕੰਟਰੋਵਰਸੀ ਜਿਹੜੀ ਸੀਗੀ ਉਹਦੇ ਕਰਕੇ ਮਤਭੇਦ ਆ। ਅਦਰਵਾਈਜ਼ ਮੈਂ ਉਹਨਾਂ ਦੀ ਰਿਸਪੈਕਟ ਕਰਦੀ ਹਾਂ, ਉਹ ਇੱਕ ਸਟੈਂਡ ਤੇ ਨੇ, ਉਹ ਆਪਣਾ ਕੰਮ ਕਰ ਰਹੇ ਨੇ। ਰਹੀ ਗੱਲ ਅਖਿਲੇਸ਼ ਯਾਦਵ ਦੀ, ਅਖਿਲੇਸ਼ ਯਾਦਵ ਜਦੋਂ ਯੂਪੀ ਦੇ ਵਿੱਚ ਕਿਸਾਨ ਅੰਦੋਲਨ ਹੋਇਆ ਸੀਗਾ, ਜਦੋਂ ਬੀਜੇਪੀ ਨੇ ਗੱਡੀਆਂ ਚੜ੍ਹਾ ਦਿੱਤੀਆਂ ਸੀਗੀਆਂ ਉਹਨੇ ਮਿਸ਼ਰਾ ਜੀ ਨੇ, ਤੇ ਉਦੋਂ ਉਸ ਟਾਈਮ ਤੇ ਕਿਸਾਨਾਂ ਦੀ ਹੈਲਪ ਜਿਹੜੀ ਕੀਤੀ ਸੀਗੀ ਅਖਿਲੇਸ਼ ਯਾਦਵ ਨੇ ਕੀਤੀ ਸੀਗੀ ਯੂਪੀ ਦੇ ਵਿੱਚ। ਮੇਰੇ ਲਈ ਤੇ ਉਹੀ ਬੰਦਾ ਚੰਗਾ ਹੈ ਜਿਹੜਾ ਕਿਸਾਨਾਂ ਦੇ ਨਾਲ ਖੜੇ ਔਰ ਕਿਸਾਨਾਂ ਦੀ ਹੈਲਪ ਕਰੇ। ਕਿਉਂ ਨਹੀਂ ਜੁਆਇਨ ਕਰਦੇ ਜਦੋਂ ਇੰਨਾ ਜ਼ਿਆਦਾ ਤੁਸੀਂ ਚੀਜ਼ਾਂ ਕਰਨਾ ਚਾਹੁੰਦੇ ਹੋਗੇ? ਵੇਖੋ, ਮੇਰੀ ਗੱਲ ਸੁਣੋ, ਹਜੇ ਮੈਂ ਸਿੱਖ ਰਹੀ ਹਾਂ ਚੀਜ਼ਾਂ, ਮੈਨੂੰ ਪੋਲੀਟਿਕਸ ਕਰਨੀ ਨਹੀਂ ਆਉਂਦੀ। ਹਰਿਆਣੇ 'ਚ ਜੇ ਮੈਂ ਸੀਗਾ, ਮੈਂ ਅਭੈ ਜੀ ਨੇ ਕਿਸਾਨੀ ਹੱਕ 'ਚ ਅਸਤੀਫਾ ਦਿੱਤਾ ਸੀਗਾ ਤੇ ਇਸ ਕਰਕੇ ਮੈਂ ਉਹਨਾਂ ਦਾ ਸਾਥ ਦੇ ਦਿੱਤਾ। ਅਖਿਲੇਸ਼ ਨੇ ਕਿਸਾਨਾਂ ਦੀ ਪੱਖੀ ਗੱਲ ਕੀਤੀ, ਇਸ ਕਰਕੇ ਉਹਨਾਂ ਦਾ ਸਾਥ ਦਿੱਤਾ ਕਿਉਂਕਿ ਸਾਡੇ ਤਰਾਈ ਖੇਤਰ ਦੇ ਵਿੱਚ ਯੂਪੀ ਵਿੱਚ ਸਾਰੇ ਜਿੰਨੇ ਵੀ ਸਾਡੇ ਫਾਰਮਰਸ ਆ ਅੱਜ ਵੀ ਉਹ ਸਾਰੇ ਅਖਿਲੇਸ਼ ਦੇ ਨਾਲ ਨੇ। ਹੁਣ ਮੈਂ ਤੇ ਲੋਕਾਂ ਦੀ ਆਵਾਜ਼ ਬਣੂਗੀ ਨਾ, ਮੈਂ ਆਪਣੀ, ਮੈਨੂੰ ਨਹੀਂ ਪਤਾ ਵੀ ਉੱਥੇ ਕੀ ਹੈ ਤੇ ਕੀ ਨਹੀਂ। ਮੈਨੂੰ ਤੇ ਕਹਿੰਦੇ ਵੀ ਫਿਰ ਤੁਸੀਂ ਇੱਕ ਸਿਆਸੀ ਧਿਰ ਨਹੀਂ ਚੁਣਦੇ, ਯਾਨੀ ਕਿ ਤੁਸੀਂ ਕਹਿੰਦੇ ਹੋ ਵੀ ਜਿਹਦਾ ਸਟੈਂਡ ਸਹੀ ਆ ਉਹਦੇ ਨਾਲ ਜਾਣਾ। ਮੈਂ ਜਿਹੜਾ ਬੰਦਾ ਸਹੀ ਆ, ਵੇਖੋ ਅੱਜ ਭਗਵੰਤ ਮਾਨ ਬਾਈ ਸਹੀ ਨੇ, ਠੀਕ ਆ, ਮੈਨੂੰ ਉਹਨਾਂ ਦੇ ਵਿੱਚ ਕੋਈ ਕਰਪਸ਼ਨ ਤੇ ਝੂਠ ਨਹੀਂ ਦਿਖਦਾ। ਜਿੱਦਣ ਦਿਖੂਗਾ ਉਦੋਂ ਮੈਂ ਉਹਨਾਂ ਨੂੰ ਵੀ ਕਹਿ ਦੂੰਗੀ। ਮੈਨੂੰ ਇਹ ਦੱਸੋ, ਜਦੋਂ ਜੀਰੇ ਦੇ ਵਿੱਚ ਸ਼ਰਾਬ ਫੈਕਟਰੀ ਬੰਦ ਕਰਨ ਦਾ ਧਰਨਾ ਲੱਗਾ ਸੀਗਾ, ਉੱਥੇ ਮੈਂ ਕਿਸਾਨਾਂ ਦੀ ਆਵਾਜ਼ ਬੁਲੰਦ ਕਰਦੇ ਹੋਏ ਬਾਈ ਨੂੰ ਕਿਹਾ ਵੀ ਉਹ ਤੁਸੀਂ ਬੰਦ ਕਰਵਾਓ ਫੈਕਟਰੀ। ਉਦੋਂ ਮੈਂ ਸਰਕਾਰ ਨੂੰ ਰਿਕੁਐਸਟ ਹੀ ਕੀਤੀ ਹੈ ਨਾ। ਮੈਂ ਐਵੇਂ ਕੋਈ ਨਹੀਂ ਹੈ ਵੀ ਲਾਈਕ ਮੈਨੂੰ ਜਿੱਤੇ ਵਿਸ਼ਵਾਸ ਹੁੰਦਾ ਹੈ ਵੀ ਇਹ ਬੰਦਾ ਸਹੀ ਆ,
ਮੈਂ ਉਹਦਾ ਸਾਥ ਦਿੰਦੀ ਆ। ਮੈਨੂੰ ਜਿੱਥੇ ਕੋਈ ਬੰਦਾ ਗਲਤ ਲੱਗਦਾ ਹੈ ਮੈਂ ਉਹਨੂੰ ਕਹਿ ਦਿੰਦੀ ਆ ਵੀ ਇਹ ਗਲਤ ਆ। ਉਹਦੇ ਵਿੱਚ ਮੇਰੀ ਕੋਈ ਪਾਰਟੀਬਾਜ਼ੀ ਨਹੀਂ ਹੈ, ਮੈਂ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਇੱਕ ਸਹੀ ਨੂੰ ਸਹੀ, ਗਲਤ ਨੂੰ ਗਲਤ, ਇਹ ਮੇਰਾ ਸਟੈਂਡ ਹੈ। ਲਾਸਟ ਮੇਰੇ ਦੋ ਸਵਾਲ ਨੇਗੇ। ਇੱਕ ਤਾਂ ਇਹ ਕਿ ਮੌਜੂਦਾ ਪੰਜਾਬ ਦੇ ਹਾਲਾਤ ਜਿਹੜੇ ਚੱਲ ਰਹੇ ਨੇ, ਕਿਸਾਨੀ ਅੰਦੋਲਨ ਤੋਂ ਬਾਅਦ ਜਿਵੇਂ ਤੁਸੀਂ ਸਾਰੇ ਇੱਕ ਹੋ ਕੇ ਖੜੇ, ਤੁਸੀਂ ਆਪ ਦਾ ਜੇ ਕਹੀਏ ਕਿ ਦਿਨ ਰਾਤ ਏਜੰਸੀਆਂ ਦੀ ਨਜ਼ਰ ਤੁਹਾਡੇ ਤੇ ਸੀ, ਉਹਦੇ ਬਾਵਜੂਦ ਦੇਖੀਏ ਤਾਂ ਕਿਸਾਨੀ ਅੰਦੋਲਨ ਤੋਂ ਬਾਅਦ ਜੇ ਦੇਖੀਏ ਕਿਸਾਨ ਇੱਕ ਨਹੀਂ ਰਹਿ ਪਾਏ। ਦੁੱਖ ਹੈਗਾ ਇਸ ਚੀਜ਼ ਦਾ? ਵੇਖੋ ਹਾਂ, ਦੁੱਖ ਤੇ ਹੈ। ਜਥੇਬੰਦੀਆਂ ਨੂੰ ਇਕੱਠੇ ਰਹਿ ਕੇ ਚੱਲਣਾ ਚਾਹੀਦਾ ਸੀਗਾ, ਜਿਵੇਂ ਕਿਸਾਨੀ ਅੰਦੋਲਨ ਦੇ ਵਿੱਚ ਸੀਗੇ। ਹੁਣ ਨਹੀਂ ਹੈਗੇ, ਯੂਨਾਈਟ ਹੋ ਕੇ ਚੱਲਣਗੇ ਤਾਂ ਹੀ ਤੁਸੀਂ ਸਰਕਾਰ ਦਾ ਮੁਕਾਬਲਾ ਕਰ ਸਕਦੇ ਹੋ। ਜੇ ਤੁਸੀਂ ਇਕੱਠੇ ਨਹੀਂ ਚੱਲੋਗੇ ਤੇ ਕਿਵੇਂ ਮੁਕਾਬਲਾ ਕਰੋਗੇ? ਲਾਸਟ ਇਹਨਾਂ ਦੱਸ ਦਿਓ, ਜਿਹੜੀ ਹਾਲਾਤ ਪੰਜਾਬ 'ਚ ਇਸ ਸਮੇਂ ਬਣੇ ਹੋਏ ਨੇ, ਗਿਆਨੀ ਜੀ ਨੂੰ ਕਹਿਣਾ ਪੈਂਦਾ ਧਰਮ ਪਰਿਵਰਤਨ ਹੋ ਰਿਹਾ ਬਾਰਡਰ ਖੇਤਰਾਂ ਦੇ ਵਿੱਚ, ਪੂਰੇ ਪੰਜਾਬ ਦੀ ਸਿਚੁਏਸ਼ਨ ਕਿਹੋ ਜਿਹੀ ਦੇਖਦੇ ਹੋ? ਇਹੋ ਜਿਹੀਆਂ ਖਬਰਾਂ ਕਿਉਂ ਆਉਂਦੀਆਂ ਨੇ? ਵੇਖੋ ਜੀ, ਇਹ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਆਉਂਦੀਆਂ ਨੇ ਵੀ ਕਿਸੇ ਤਰੀਕੇ ਦੇ ਨਾਲ ਮਾਹੌਲ ਖਰਾਬ ਕੀਤਾ ਜਾਵੇ। ਪਿੱਛੇ ਕ੍ਰਿਸਚੀਅਨ ਦਾ ਉਹਨਾਂ ਦੇ ਉੱਥੇ ਤੋੜਫੋੜ ਕਰ ਦਿੱਤੀ। ਵੇਖੋ ਮੇਰੀ ਗੱਲ ਸੁਣੋ, ਇਹ ਹੈ ਵੀ ਇਹਦੇ ਵਿੱਚ ਸਿੱਖ ਪ੍ਰਤੀ ਕੋਈ ਗੱਲ ਨਹੀਂ ਆਉਂਦੀ। ਇਹਦੇ ਵਿੱਚ ਇਹ ਵੀ ਕੋਈ ਬੰਦਾ ਨਿਹੰਗ ਸਿੰਘਾਂ ਦਾ ਰੂਪ ਧਾਰਨ ਕਰ ਲੈਂਦਾ ਹੈ, ਕੋਈ ਹਿੰਦੂਆਂ ਦਾ ਰੂਪ ਧਾਰਨ ਕਰ ਲੈਂਦਾ। ਇਹ ਰੂਪਧਾਰੀ ਹੁੰਦੇ ਏਜੰਸੀਆਂ ਦੇ ਬੰਦੇ ਜਿਹੜੇ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਪੰਜਾਬ ਦੇ ਵਿੱਚ ਦੰਗੇ ਫਸਾਦ ਕਰਾਉਣਾ ਚਾਹੁੰਦੇ ਨੇ। ਬਟ ਆਪਾਂ ਲੋਕਾਂ ਨੂੰ ਜਿਹੜੇ ਪਿੰਡ ਦੇ ਵਿੱਚ ਰਹਿੰਦੇ ਆ ਨਾ, ਉਹਨਾਂ ਦੇ ਵਿੱਚ ਇੰਨੀ ਕਿਤੇ ਸਾਂਝ ਹੁੰਦੀ ਹੈ, ਇੱਕ ਦੂਜੇ ਨੂੰ ਪਤਾ ਹੁੰਦਾ ਵੀ ਕੌਣ ਕਿਹੇ ਜਿਹਾ ਨਹੀਂ। ਦੂਜੀ ਗੱਲ ਮੈਂ ਇਹ ਕਹਿਣਾ ਚਾਹੂੰਗੀ ਕਿ ਜਿਹੜਾ ਧਰਮ ਪਰਿਵਰਤਨ ਕਰਦੇ ਪਏ ਨੇ, ਉਹ ਪੈਸੇ ਪਿੱਛੇ ਕਰਦੇ ਪਏ ਨੇ, ਰੋਜ਼ਗਾਰ ਪਿੱਛੇ ਕਰਦੇ ਪਏ ਨੇ, ਹੈ ਨਾ। ਔਰ ਆਪਣੀ ਜਿਹੜੀ ਪੰਜਾਬ ਦੀ, ਮੈਂ ਕਹਿੰਦੀ ਸੈਕਿੰਡ ਗਵਰਨਮੈਂਟ ਕਿਹਨੂੰ ਮੰਨਿਆ ਜਾਂਦਾ? SGPC ਨੂੰ ਮੰਨਿਆ ਜਾਂਦਾ। SGPC ਦੇ ਕੋਲ ਇੰਨਾ ਫੰਡ ਆਉਂਦਾ ਆ। SGPC ਨੂੰ ਨਹੀਂ ਚਾਹੀਦਾ ਕਿ ਉਹ ਪਿੰਡਾਂ ਦੇ ਵਿੱਚ ਰੋਜ਼ਗਾਰ ਮੁਹੱਈਆ ਕਰਾਉਣ ਆਪਣੇ ਸਿੱਖ ਕਮਿਊਨਿਟੀ ਨੂੰ, ਉਹਨਾਂ ਨੂੰ ਕੁਝ ਕੰਮ ਦੇਣ ਜਾਂ ਉਹਨਾਂ ਵਾਸਤੇ ਕਰਨ। ਜਾਂ ਫਿਰ ਸਾਡੇ ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚ ਜਿਹੜੇ ਇੰਨੇ ਗੁਰਦੁਆਰੇ ਬਣਾਏ ਆ, ਇੱਕ ਗੁਰਦੁਆਰਾ ਸਾਹਿਬ ਹੋਣਾ ਚਾਹੀਦਾ ਧਰਮ ਦੇ ਅਕੋਰਡਿੰਗਲੀ। ਤੇ ਊਚ ਨੀਚ ਤੇ ਸਿਖਾਈ ਨਹੀਂ ਸਾਡੇ ਬਾਬਾ ਜੀ ਨੇ ਕਦੀ ਵੀ। ਉਹਦੇ ਵਿੱਚ ਇੱਕ ਗੁਰਦੁਆਰਾ ਹੋਣਾ ਚਾਹੀਦਾ, ਉਹਦੇ ਵਿੱਚ ਸਿੱਖੀ ਪ੍ਰਤੀ ਤੁਸੀਂ ਲੋਕਾਂ ਨੂੰ ਵੀ ਹਾਇਰ ਕਰ ਸਕਦੇ ਹੋ ਵੀ ਤੁਸੀਂ ਗੁਰਬਾਣੀ ਦਾ ਬੱਚਿਆਂ ਨੂੰ ਸਿਖਾਓ। ਅੱਜ ਜੇ ਬੱਚੇ ਕਹਿੰਦੇ ਫਿਰ ਇਹ ਧਰਮ ਤੋਂ ਬਾਹਰ ਜਾ ਰਹੇ ਨੇ, ਤੁਸੀਂ ਕੁਝ ਕੀਤਾ ਹੀ ਨਹੀਂ ਤੇ ਉਹਨਾਂ ਨੇ ਤੇ ਜਾਣਾ ਹੀ ਹੈ। ਤੁਸੀਂ ਕੁਝ ਕਰੋ ਉਹਨਾਂ ਵਾਸਤੇ, ਤੁਸੀਂ ਉਹਨਾਂ ਦੇ ਐਜੂਕੇਸ਼ਨ ਵਾਸਤੇ ਕੁਝ ਕਰ ਲਓ, ਤੁਸੀਂ ਖਰਚਾ ਚੱਕ ਲਓ, ਤੁਸੀਂ ਉਹਨਾਂ ਨੂੰ ਇੰਪਲੋਇਮੈਂਟ ਦੇ ਦਿਓ ਜਾਂ ਕੁਛ ਤੇ ਕਰੋ। ਫਿਰ ਉਹ ਨਹੀਂ ਜਾਣਗੇ, ਧਰਮ ਪਰਿਵਰਤਨ ਨਹੀਂ ਕਰਨਗੇ। ਹੁਣ ਦੂਜੇ ਧਰਮ ਵਾਲੇ ਜੋ ਉਹਨਾਂ ਨੂੰ ਆਫਰ ਕਰ ਰਹੇ, ਉਹਨਾਂ ਦੀ ਸਟੱਡੀ ਫ੍ਰੀ ਕਰ ਰਹੇ, ਉਹਨਾਂ ਦਾ ਇਹ ਸਭ ਕੁਝ ਕਰ ਰਹੇ। ਹੁਣ ਕਿਤੇ ਨਾ ਕਿਤੇ ਜਿਹੜਾ ਵਿਚਾਰਾ ਜਿਹੜਾ ਇਨਸਾਨ ਆ ਕਰਜ਼ੇ ਦੇ ਥੱਲੇ ਦੱਬਿਆ ਹੋਇਆ, ਜਿਹਦੇ ਕੋਲ ਪੈਸੇ ਨਹੀਂ ਹੈਗੇ, ਉਹ ਕਿਤੇ ਨਾ ਕਿਤੇ ਤੇ ਜਾਊਗਾ ਨਾ। ਬਹੁਤ ਧੰਨਵਾਦ ਮੈਡਮ। ਕਿ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਸੂਬੇ ਦੇ ਹਾਲਾਤ ਨੇ, ਤਾਂ ਉਹ ਕਹਿੰਦੇ ਕਿ ਇਸੇ ਕਰਕੇ ਕਿਤੇ ਨਾ ਕਿਤੇ ਬਣ ਰਿਹਾ ਹੈ ਕਿ ਜਦੋਂ ਧਰਮ ਪਰਿਵਰਤਨ ਦਾ ਮੁੱਦਾ ਇਸ ਕਰਕੇ ਉੱਠ ਰਿਹਾ ਹੈ, ਕਹਿੰਦੇ ਜਦੋਂ SGPC ਨੇ ਕੀਤਾ ਕੁਛ ਨਹੀਂ। ਤੇ ਉਹਨਾਂ ਦਾ ਇਹ ਵੀ ਗੱਲ ਕਿਤੇ ਨਾ ਕਿਤੇ ਕਹਿਣੀ ਹੈ ਕਿ ਜਿਹੜੇ ਹਾਲਾਤ ਹੁਣ ਬੜੇ ਹੋਏ ਨੇ, ਉਹਦੇ ਵਿੱਚ ਜੇਕਰ ਕਿਸੇ ਨੂੰ ਸਿੱਖਿਆ, ਰੋਜ਼ਗਾਰ, ਰੋਟੀ ਚਲਾਉਣ ਦਾ ਸਾਧਨ ਕੋਈ ਮਿਲਦਾ ਹੈ ਤਾਂ ਫਿਰ ਆਖਰਕਾਰ ਕਿਉਂ ਨਹੀਂ ਕੋਈ ਜਾਊਗਾ? SGPC ਨੂੰ ਚਾਹੀਦਾ ਕਿ ਇਹਦੇ ਤੇ ਕੰਮ ਕਰੇ। ਸੋਨੀਆ ਮਾਨ ਖੈਰ ਹੁਣ ਜਾਟ ਮਹਾਸਭਾ 'ਚ ਆ ਗਏ ਨੇ, ਉਹ ਕਹਿੰਦੇ ਕਿ ਮੈਂ ਵੱਧ ਚੜ੍ਹ ਕੇ ਕੰਮ ਕਰੂੰਗੀ। ਪੁਰਾਣਾ ਸਿਸਟਮ ਭਾਵੇਂ ਕੋਈ ਸੀਗਾ, ਕਿੰਨੇ ਲੋਕਾਂ ਨੇ ਜੁਆਇਨ ਕਰਿਆ, ਉਹਨਾਂ ਨੇ ਕੰਮ ਕੀਤਾ ਜਾਂ ਫਿਰ ਨਹੀਂ। ਵੀਡੀਓ ਜਰਨਲਿਸਟ ਮੋਹਨ ਦੇ ਨਾਲ ਸਮੀਤ ਸਿੰਘ, ਸਕਰੋਲ ਪੰਜਾਬ, ਚੰਡੀਗੜ੍ਹ।